ਵੈਲਕਮ ਟੂ ਪ੍ਰੈਪ ਕਲਾਸਿਸ। ਅੱਜ ਅਸੀਂ ਕਾਮਰਸ ਲੈਕਚਰ ਮੈਰੀਟੋਰੀਅਸ ਜੋ 10/5/2022 ਨੂੰ ਐਗਜ਼ਾਮ ਹੋਇਆ ਉਸ ਪੇਪਰ ਨੂੰ ਡਿਸਕਸ ਕਰਨ ਜਾ ਰਹੇ ਹਾਂ। ਆਈ ਹੋਪ ਸਾਰੇ ਬੱਚਿਆਂ ਦਾ ਬਹੁਤ ਵਧੀਆ ਪੇਪਰ ਹੋਇਆ ਹੋਊਗਾ। ਪੇਪਰ ਦਾ ਲੈਵਲ ਬਹੁਤ ਨਾ ਜ਼ਿਆਦਾ ਟਫ ਸੀ ਨਾ ਈਜ਼ੀ ਸੀ, ਬਟ ਆਈ ਹੋਪ ਕਿ ਜਿਸ ਹਿਸਾਬ ਨਾਲ ਅਸੀਂ ਪੇਪਰ ਨੂੰ ਐਨਾਲਾਈਜ਼ ਕੀਤਾ ਸੋ ਸਾਨੂੰ ਲੱਗਿਆ ਕਿ ਜਨਰਲ ਕੈਟਾਗਰੀ ਦੇ ਜਿਹੜੇ ਮਾਰਕਸ ਨੇ ਉਹ ਨੀਅਰ ਅਬਾਊਟ 120 ਅਬਵ ਜਾਣ ਵਾਲੇ ਨੇ। ਜਿਹੜੀ ਕੱਟ ਆਫ ਜਾਊਗੀ ਜਨਰਲ ਕੈਟਾਗਰੀ ਦੀ ਉਹ ਨੀਅਰ ਅਬਾਊਟ 120 ਅਬਵ ਜਾਊਗੀ। ਸੋ ਅੱਜ ਆਪਾਂ ਕੁਐਸਚਨਸ ਨੂੰ ਡਿਸਕਸ ਕਰਦੇ ਹਾਂ 1 ਬਾਏ 1। ਤੁਸੀਂ ਆਪਣੇ ਆਨਸਰ ਕੀਜ਼ ਨੂੰ ਚੈੱਕ ਕਰਿਓ, ਦੈਨ ਐਨਾਲਾਈਜ਼ ਕਰਿਓ ਕਿ ਤੁਹਾਡੇ ਕਿੰਨੇ ਸਕੋਰ ਬਣੇ। ਈਵਨ ਜ਼ਰੂਰ ਕਮੈਂਟ ਕਰਕੇ ਸਾਨੂੰ ਜ਼ਰੂਰ ਸ਼ੇਅਰ ਕਰਿਓ। ਸੋ ਅੱਗੇ ਆਪਾਂ ਕੁਐਸਚਨਸ ਨੂੰ ਡਿਸਕਸ ਕਰਦੇ ਹਾਂ 1 ਬਾਏ 1। ਸੋ ਲੈਟਸ ਸਟਾਰਟ। ਸੋ ਫਸਟ ਕੁਐਸਚਨ ਕੀ ਆ, ਅ ਫਾਲ ਇਨ ਅ ਪ੍ਰਾਈਸ ਆਫ ਦ ਗਿਵਨ ਗੁਡਸ ਬਾਜ਼ਰਾ ਟ੍ਰੈਂਡਸ ਟੂ reduce the demand will remain constant and increase the demand। fall in the price of the given goods ਕਹਿੰਦੇ ਜਿਵੇਂ ਹੀ ਗਿਵਨ ਗੁਡਸ ਦੇ ਜਿਹੜੇ ਆ ਪ੍ਰਾਈਸ ਆ ਉਹ ਫਾਲ ਕਰ ਜਾਣਗੀਆਂ। ਜਿਹੜਾ ਬਾਜਰਾ ਵਾ ਉਹਦਾ ਕਰੈਕਟ ਆਨਸਰ ਕੀ ਆ, ਰਿਡਿਊਸ ਦਾ ਡਿਮਾਂਡ ਬਾਜਰੇ ਦੇ ਟ੍ਰੈਂਡਸ ਟੂ ਰਿਡਿਊਸ ਦਾ ਡਿਮਾਂਡ, ਬਾਜਰੇ ਦੀ ਜਿਹੜੀ ਡਿਮਾਂਡ ਆ ਉਹ ਘੱਟ ਜੂਗੀ। ਨੈਕਸਟ ਕੁਐਸਚਨ, when the percentage of a change in quantity demanded is infinite even if the percentage change in a price is 0, then the demand is said to be a perfectly inelastic। So next question, the total effect of the price change of commodity is, ਜਿਹੜਾ ਟੋਟਲ ਇਫੈਕਟ ਪੈਂਦਾ ਪ੍ਰਾਈਸ ਚੇਂਜ ਦਾ ਉਹ ਕਿਸ ਇੱਕ ਤਾਂ ਸਬਸਟੀਟਿਊਟਸ ਦਾ ਪੈਂਦਾ ਪਲੱਸ ਇਨਕਮ ਦਾ ਪੈਂਦਾ। ਸੋ ਕਰੈਕਟ ਆਨਸਰ ਇਜ਼ C। ਨੈਕਸਟ ਕੁਐਸਚਨ, one of the conditions of the consumer equilibrium through the indifference curve is analysis is, ਹੁਣ ਦੇਖੋ ਆਪਸ਼ਨ A ਐਂਡ B ਦੋਨਾਂ 'ਚ ਇੱਕੋ ਹੀ ਹੋਊਗਾ, ਜਾਂ ਤਾਂ ਇੰਡਿਫਰੈਂਸ ਕਰਵ ਕਨਕੇਵ ਹੋਊਗੀ ਜਾਂ ਕਨਵੈਕਸ ਹੋਊਗੀ। ਸੋ ਇੱਥੇ ਜਿਹੜਾ ਵਾ ਜਿਹੜੀ ਕੰਜ਼ਿਊਮਰ ਇਕੁਇਲਿਬਰੀਅਮ ਦੀ ਜਿਹੜੀ ਇੰਡਿਫਰੈਂਸ ਕਰਵ ਦੇ ਥਰੂ ਸੈਟਿਸਫੈਕਸ਼ਨ ਹੁੰਦੀ ਆ ਉਦੋਂ ਜਿਹੜੀ ਇੰਡਿਫਰੈਂਸ ਕਰਵ ਆ ਉਹ ਕੀ ਹੁੰਦੀ ਆ, ਕਨਵੈਕਸ ਹੁੰਦੀ ਆ, ਕਨਵੈਕਸ ਟੂ ਦਾ ਓਰੀਜਨ। ਨੈਕਸਟ ਕੁਐਸਚਨ, ਦ ਡਿਮਾਂਡ ਫਾਰ ਲਾਈਫ ਸੇਵਿੰਗ ਡਰੱਗਸ ਇਜ਼, ਦੇਖੋ ਡਰੱਗਸ ਦੀ ਲਾਈਫ ਸੇਵਿੰਗ ਮਤਲਬ ਡਰੱਗਸ ਇਹੋ ਜਿਹੀਆਂ ਨੇ ਕਿ ਮੈਡੀਸਿਨਸ ਦੇ ਜਿਹੜੇ ਲਾਈਫ ਸੇਵਿੰਗ ਦਾ ਤਾਂ ਉਹਦਾ ਪ੍ਰਾਈਸ ਜਿੰਨਾ ਮਰਜ਼ੀ ਇਨਕਰੀਜ਼ ਡਿਕਰੀਜ਼ ਕਰ ਜੇ ਉਹਦਾ ਡਿਮਾਂਡ ਕੋਈ ਇਫੈਕਟ ਨਹੀਂ ਪਊਗਾ। ਸੋ ਇਹਦਾ ਜਿਹੜਾ ਕਰੈਕਟ ਆਨਸਰ ਉਹ ਕੀ ਹੈ, ਇਨਇਲਾਸਟਿਕ ਹੋਊਗੀ। ਨੈਕਸਟ, when in order to satisfying a given want or two or more goods are needed to combine, ਕਹਿੰਦੇ ਜਦੋਂ ਗੁੱਡਸ ਨੂੰ ਮਿਲਾ ਲੈਂਦੇ ਹਾਂ ਤਾਂ ਉਹ ਕਿਹੜੀਆਂ ਹੁੰਦੀਆਂ ਨੇ, ਲਾਈਕ ਪੈਟਰੋਲ ਅਤੇ ਕਾਰ ਮਿਲਾ ਕੇ ਆਪਾਂ ਯੂਜ਼ ਕਰਦੇ ਹਾਂ ਜਾਂ ਡੀਜ਼ਲ ਪਾ ਲਈ ਵਿੱਚ, ਤੋਂ ਕੰਬਾਈਨ ਗੁੱਡਸ ਨੂੰ ਕੰਬਾਈਨ ਕਰਦੇ ਹਾਂ, ਸੋ ਉਹਨੂੰ ਕਹਿੰਦੇ ਕੰਪਲੀਮੈਂਟਰੀ ਗੁੱਡਸ। ਨੈਕਸਟ ਕੁਐਸਚਨ ਕੀ ਕਹਿ ਰਿਹਾ ਵਾ ਇਹਦੇ ਅੰਦਰ, ਸੋ ਨੈਕਸਟ ਕੁਐਸਚਨ ਕਹਿ ਰਿਹਾ ਵਾ, ਇਫ ਦਾ ਕੰਜ਼ਿਊਮਰ consumes the commodities XYZ with the given income and price satisfaction। ਸੋ ਇਹਦਾ ਜਿਹੜਾ ਕਰੈਕਟ ਆਨਸਰ ਸੀਗਾ ਉਹ ਸੀਗਾ ਆਪਸ਼ਨ A, ਜਦੋਂ ਸਾਰੇ ਇਕੁਅਲ ਹੁੰਦੇ ਨੇ। ਸੋ ਨੈਕਸਟ ਕੁਐਸਚਨ, when the total utility become a maximum, ਜਦੋਂ ਟੋਟਲ ਯੂਟਿਲਿਟੀ ਮੈਕਸੀਮਮ ਹੁੰਦੀ ਹੈ ਤਾਂ ਮਾਰਜਨਲ ਯੂਟਿਲਿਟੀ ਵਿਲ ਬੀ ਆ 0। ਸੋ ਕਰੈਕਟ ਆਨਸਰ ਇਜ਼ C। what is called a second law of Gaussian? second law of Gaussian is equals to the law of ਇਕੁਈ ਮਾਰਜਨਲ ਯੂਟਿਲਿਟੀ। ਫਸਟ ਲਾਅ ਡਾਇਮੈਂਸ਼ਨਿੰਗ ਹੁੰਦਾ, ਸੈਕਿੰਡ ਲਾਅ ਆਫ ਗੌਸਿਅਨ ਦਾ ਕਿਹਦੇ ਬਰਾਬਰ ਆ, ਲਾਅ ਆਫ ਇਕੁਈ ਮਾਰਜਨਲ ਯੂਟਿਲਿਟੀ। ਸੋ ਕਰੈਕਟ ਆਨਸਰ ਇਜ਼ A। ਨੈਕਸਟ ਕੁਐਸਚਨ, ਅ ਕੰਜ਼ਿਊਮਰ ਅਟੇਨਸ ਆ ਇਕੁਇਲਿਬਰੀਅਮ ਐਟ ਅ ਪੁਆਇੰਟ, ਕਹਿੰਦੇ ਇੰਡਿਫਰੈਂਸ ਕਰ, ਇਹ ਆਪਣੀਆਂ ਦੋ ਕੰਡੀਸ਼ਨਸ ਹੁੰਦੀਆਂ ਨੇ ਇੰਡਿਫਰੈਂਸ ਕਰਦੀ ਹੈ ਕਿ ਕੰਜ਼ਿਊਮਰ ਕਦੋਂ ਇਕੁਇਲਿਬਰੀਅਮ ਪੁਆਇੰਟ 'ਤੇ ਅਟੇਨ ਕਰਦਾ। ਪਹਿਲੀ ਕੰਡੀਸ਼ਨ ਹੁੰਦੀ ਆ ਵੈਨ MRXY ਇਕੁਅਲਸ ਟੂ PX/PY। ਸੋ ਇਹਦਾ ਜਿਹੜਾ ਕਰੈਕਟ ਆਨਸਰ ਸੀਗਾ ਉਹ A ਸੀਗਾ। ਨੈਕਸਟ ਕੁਐਸਚਨ, when a monopolistic is able to sell each separate unit of the commodity output at a different price according to the pocket of the consumer, ਕਹਿੰਦੇ ਜਦੋਂ ਪਰਸਨ ਮੋਨੋਪੋਲਿਸਟਿਕ ਆਪਣੀ ਮਰਜ਼ੀ ਦੇ ਨਾਲ ਕੰਜ਼ਿਊਮਰਸ ਦੀ ਪੋਕਟ ਨੂੰ ਦੇਖ ਕੇ ਪ੍ਰਾਈਸ ਡਿਸਾਈਡ ਕਰਦਾ ਤਾਂ ਉਸ ਚੀਜ਼ ਨੂੰ ਕੀ ਕਹਿੰਦੇ ਨੇ, ਉਸ ਚੀਜ਼ ਨੂੰ ਕਹਿੰਦੇ ਨੇ ਥਰਡ ਡਿਗਰੀ ਆਫ ਪ੍ਰਾਈਸ ਡਿਸਕ੍ਰਿਮੀਨੇਸ਼ਨ। ਨੈਕਸਟ ਕੁਐਸਚਨ, consumers are likely to get ਮੈਕਸੀਮਮ ਵਰਾਇਟੀ ਆਫ ਗੁੱਡਸ ਅੰਡਰ ਦਾ, ਹਾਂਜੀ ਕਿਹਦੇ ਅੰਦਰ ਆਪਾਂ ਨੂੰ ਵਰਾਇਟੀ ਆਫ ਗੁੱਡਸ ਮਿਲ ਜਾਂਦੀਆਂ। ਸੋ ਇਹਦਾ ਜਿਹੜਾ ਕਰੈਕਟ ਆਨਸਰ ਆ ਇੰਪਰਫੈਕਟ ਮਾਰਕੀਟ ਦੇ ਅੰਦਰ, ਮੋਨੋਪੋਲੀ ਦੇ ਅੰਦਰ ਇੱਕ ਪ੍ਰੋਡਕਟ ਹੁੰਦਾ, ਕੰਪੀਟੀਸ਼ਨ ਦਾ ਪਰਫੈਕਟ ਦੇ ਅੰਦਰ ਸਾਰੇ ਸੇਮ ਪ੍ਰੋਡਕਟ ਹੁੰਦੇ, ਵਰਾਇਟੀ ਕਿਹਦੇ ਵਿੱਚ ਮਿਲਦੀ ਹੈ, ਇੰਪਰਫੈਕਟ ਕੰਪੀਟੀਸ਼ਨ ਦੇ ਅੰਦਰ। ਸੋ ਕਰੈਕਟ ਆਨਸਰ ਇਜ਼ A। ਨੈਕਸਟ ਕੁਐਸਚਨ ਕੀ ਕਹਿ ਰਿਹਾ ਵਾ ਆਪਾਂ ਨੂੰ, ਨੈਕਸਟ ਕੁਐਸਚਨ ਵੱਲ ਚਲੋ। ਸੋ ਨੈਕਸਟ ਕੁਐਸਚਨ, ਹਾਂਜੀ 13th ਕੁਐਸਚਨ ਕਹਿ ਰਿਹਾ ਵਾ ਕਿ ਇਫ ਦਾ ਫਰਮ ਓਪਰੇਟਸ ਅ ਪਰਫੈਕਟ ਕੰਪੀਟੀਟਿਵ ਮਾਰਕੀਟ ਦੈਨ ਦਾ ਇਟ ਵਿਲ ਬੀ ਅ ਲਾਈਕਲੀ ਟੂ, ਹਾਂਜੀ ਇਹਦੇ ਅੰਦਰ ਕੀ ਦੇਖੋ
ए ऑप्शन ਦੇ ਵਿੱਚ ਟੈਲੀਵਿਜ਼ਨ ਆ ਗਿਆ ਕਿ ਆਪਾਂ ਨੂੰ ਐਡਵਰਟਾਈਜ਼ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਪ੍ਰੋਡਕਟ ਸੇਮ ਹੁੰਦਾ, ਪ੍ਰਾਈਸ ਸੇਮ ਹੁੰਦਾ। ਬੀ ਆਪਸ਼ਨ ਕਹਿ ਰਿਹਾ ਕਿ ਹੈਵ ਅ ਡਿਫੀਕਲਟ ਟਾਈਮ ਟੂ obtain ਇਨਫੋਰਮੇਸ਼ਨ ਅਬਾਊਟ ਦਾ ਮਾਰਕੀਟ ਪ੍ਰਾਈਸ। ਪ੍ਰਾਈਸ ਤਾਂ ਆਪਾਂ ਨੂੰ ਮਿਲਣਾ, ਸੋ ਆਪਾਂ ਨੂੰ ਕੋਈ ਸਰਚ ਨਹੀਂ ਕਰਨੀ ਪੈਂਦੀ, ਕੋਈ ਡਿਫੀਕਲਟੀ ਨਹੀਂ ਆਉਂਦੀ। ਥਰਡ ਆਪਸ਼ਨ ਕੀ ਆ, ਸੈਟਲ ਵਟ ਐਵਰ ਪ੍ਰਾਈਸ ਇਜ਼ ਆਫਰਡ। ਹਾਂਜੀ, ਇਹਦਾ ਕਰੈਕਟ ਆਂਸਰ ਕੀ ਆ ਕਿ ਜੋ ਆਪਾਂ ਨੂੰ ਪ੍ਰਾਈਸ ਮਿਲ ਜਾਂਦਾ ਆਪਾਂ ਉਹੀ ਅਸੈਪਟ ਕਰ ਲੈਂਦੇ ਹਾਂ। ਫੋਰਥ ਪੁਆਇੰਟ ਦੇ ਅੰਦਰ ਕੀ ਆ ਕਿ ਆਪਾਂ ਬਾਕੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਹਾਂ, ਇਹ ਜਿਹਾ ਇਹਦੇ ਅੰਦਰ ਕੁਛ ਨਹੀਂ ਹੁੰਦਾ। ਸੋ ਨੈਕਸਟ ਕੁਐਸਚਨ, ਅ group of a firm can get together to make a price output decision is called। ਹਾਂਜੀ, ਕਾਰਟਲ ਦੇ ਅੰਦਰ ਹੁੰਦਾ ਕਿ ਜਦੋਂ ਕੰਪੀਟੀਸ਼ਨ ਨੂੰ ਰਿਡਿਊਸ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਇਹਦਾ ਜਿਹੜਾ ਕਰੈਕਟ ਆਂਸਰ ਸੀਗਾ ਸੀ ਸੀਗਾ। ਨੈਕਸਟ ਕੁਐਸਚਨ, ਇਨ ਅ ਕਿੰਗ ਡਿਮਾਂਡ ਕਰਵ ਮਾਡਲ ਵਨ ਅਜ਼ੰਪਸ਼ਨ ਇਜ਼ ਸੈਟ ਵਨ ਫਰਮ ਰਿਡਿਊਸ ਇਟਸ ਪ੍ਰਾਈਸ। ਜਦੋਂ ਕਹਿੰਦੇ ਕਿੰਗ ਡਿਮਾਂਡ ਕਰਵ ਮਾਡਲ ਦੇ ਅੰਦਰ ਕਹਿੰਦਾ ਇਹ ਅਜ਼ਿਊਮ ਕੀਤਾ ਜਾਂਦਾ ਕਿ ਜਦੋਂ ਇੱਕ ਫਰਮ ਪ੍ਰਾਈਸ ਨੂੰ ਰਿਡਿਊਸ ਕਰਦੀ ਆ ਤਾਂ ਬਾਕੀ ਫਰਮਸ ਦੀ ਪ੍ਰਾਈਸ ਨੂੰ ਰਿਡਿਊਸ ਹੀ ਕਰਦੀਆਂ। ਸੋ ਕਰੈਕਟ ਆਂਸਰ ਇਜ਼ ਏ। ਨੈਕਸਟ ਕੁਐਸਚਨ, ਇਨ ਆਲ ਫਾਰਮਸ ਆਫ ਇਮਪਰਫੈਕਟ ਕੰਪੀਟੀਸ਼ਨ ਦਾ ਐਵਰੇਜ ਰੈਵਨਿਊ ਡਿਮਾਂਡ ਕਰਵ ਸਲੋਪਸ। ਹਾਂਜੀ, ਐਵਰੇਜ ਰੈਵਨਿਊ ਡਿਮਾਂਡ ਕਰਵ ਸਲੋਪਸ ਕਿਵੇਂ ਦੀ ਹੁੰਦੀ ਆ, ਡਾਊਨਵਰਡ ਹੁੰਦੀ ਹੈ। ਜੇ ਤੁਸੀਂ ਇੰਪਰਫੈਕਟ ਕੰਪੀਟੀਸ਼ਨ ਦਾ ਡਾਇਗਰਾਮ ਜਾਣਦੇ ਹੋ ਤਾਂ ਇੱਦਾਂ ਦਾ ਹੁੰਦਾ। ਸੋ AR ਜਦੋਂ ਉਹਦਾ ਉਹਨੇ ਐਵਰੇਜ ਰੈਵਨਿਊ ਪੁੱਛਿਆ ਸੀ ਉਹਦੀ ਡਾਊਨਵਰਡ ਹੁੰਦੀ ਹੈ। ਸੋ ਕਰੈਕਟ ਆਂਸਰ ਇਜ਼ ਬੀ। ਨੈਕਸਟ, ਸ਼ਾਰਟ ਰਨ ਕੋਸਟ ਕਰਵ ਇਨਫਲੂਐਂਸਡ ਬਾਏ। ਹਾਂਜੀ, ਸ਼ਾਰਟ ਰਨ ਕੋਸਟ ਕਰਵ ਆ ਜਿਹੜੀ, ਸ਼ਾਰਟ ਰਨ ਕੋਸਟ ਕਰਵ ਉਹ ਇਨਫਲੂਐਂਸ ਕਰਦੀ ਆ ਕਿਸ ਚੀਜ਼ ਨੂੰ, ਸ਼ਾਰਟ ਰਨ ਕੋਸਟ ਕਰਵ ਇਨਫਲੂਐਂਸ ਕਰਦੀ ਆ law of variable proportion। so correct answer is B। next question, ਮਾਰਜਨਲ ਕਰਵ। ਹਾਂਜੀ, ਮਾਰਜਨਲ ਕਰਵ ਆਲਵੇਜ਼ ਕੱਟ ਦਾ ਐਵਰੇਜ ਕਰਵ। ਹਾਂਜੀ, ਮਾਰਜਨਲ ਕਰਵ ਕਦੋਂ ਕੱਟਦੀ ਆ, ਜਦੋਂ ਐਵਰੇਜ ਕਰਵ ਆ ਉਹ ਆਪਣੇ ਮਿਨੀਮਮ ਪੁਆਇੰਟ 'ਤੇ ਹੁੰਦੀ ਹੈ। ਜੇ ਤੁਹਾਨੂੰ ਡਾਇਗਰਾਮ ਰਿਵਾਈਜ਼ ਆ ਤਾਂ ਉਹ ਇੱਦਾਂ ਹੁੰਦਾ, ਆ ਐਵਰੇਜ ਕੋਸਟ ਆ, ਸੋ ਇੱਦਾਂ ਹੁੰਦੀ ਆ ਮਾਰਜਨਲ ਕਰਵ। ਸੋ ਕਰੈਕਟ ਆਂਸਰ ਇਜ਼ ਡੀ। ਨੈਕਸਟ ਕੁਐਸਚਨ, the normal run average cost curve is influenced by। ਹਾਂਜੀ, ਨਾਰਮਲ ਰਨ ਐਵਰੇਜ ਜਿਹੜੀ ਨਾਰਮਲ ਲੌਂਗ ਰਨ ਐਵਰੇਜ ਕੋਸਟ ਕਿਹਦੇ ਦੁਆਰਾ ਇਨਫਲੂਐਂਸ ਕੀਤੀ ਜਾਂਦੀ ਆ। ਸੋ ਇਕਨੋਮਿਕਸ ਐਂਡ ਡਿਸਇਕਨੋਮਿਕਸ ਆਫ ਦਾ ਲਾਰਜ ਸਕੇਲ। ਸੋ ਇਹਦਾ ਜਿਹੜਾ ਕਰੈਕਟ ਆਂਸਰ ਸੀਗਾ ਉਹ ਕੀ ਸੀਗਾ, ਬੀ। 20th ਕੁਐਸਚਨ ਕੀ ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਦ ਇੰਪਲਿਸਟ ਕਾਸਟ ਆਫ ਦ ਪ੍ਰੋਡਕਸ਼ਨ। ਹਾਂਜੀ, ਇੰਪਲਿਸਟ ਕਾਸਟ ਆਫ ਦ ਪ੍ਰੋਡਕਸ਼ਨ ਕਿਹੜੀ ਹੁੰਦੀ ਆ, ਇੰਪਲਿਸਟ ਕਾਸਟ ਕਿਹੜੀ ਹੁੰਦੀ ਆ ਜਿਹੜੀ ਕਿ ਇੰਟਰਨਲ ਹੁੰਦੀ ਆ, ਮਤਲਬ ਆਪਾਂ ਨੂੰ ਦੇਣੀ ਵੀ ਨਹੀਂ ਪੈਂਦੀ, ਜਿਵੇਂ ਕਿ ਇੰਟਰਸਟ ਔਨ ਓਨਡ ਕੈਪੀਟਲ। ਸੋ ਕਰੈਕਟ ਆਂਸਰ ਇਜ਼ ਸੀ। ਨੈਕਸਟ ਕੁਐਸਚਨ, assuming that the total revenue curve take place straight line which through the origin we may conclude that। ਹਾਂਜੀ, ਇਹਦਾ ਜਿਹੜਾ ਕਰੈਕਟ ਆਂਸਰ ਆ 21st ਦਾ ਜਿਹੜਾ ਕਰੈਕਟ ਆਂਸਰ ਆ ਉਹ ਕੀ ਹੁੰਦਾ, ਜਦੋਂ ਦੇਖੋ ਉਹ ਕਹਿੰਦਾ ਕਿ ਐਵਰੇਜ, ਉਹ ਕਹਿੰਦਾ ਜਿਹੜੀ ਆਪਣੀ ਟੋਟਲ ਰੈਵਨਿਊ ਉਹ ਸਟਰੇਟ ਲਾਈਨ ਹੋ ਜਾਂਦੀ ਹੈ। ਸਟਰੇਟ ਲਾਈਨ, ਉਹ ਸਟਰੇਟ ਲਾਈਨ ਕਦੋਂ ਹੋਊਗੀ, ਦੇਖੋ ਸਪੋਜ਼ ਕਰੋ ਸਟਰੇਟ ਲਾਈਨ ਉਦੋਂ ਹੋਊਗੀ ਜਦੋਂ ਮਤਲਬ MR ਆ ਉਹ ਇਕੁਅਲ ਹੋ ਜੂਗੀ, ਮਤਲਬ 5 ਇਨਕਰੀਜ਼ ਕਰ ਰਿਹਾ ਤਾਂ ਆਪਣਾ ਜਿਹੜਾ ਟੋਟਲ ਰੈਵਨਿਊ ਆ ਉਹ ਵੀ ਇਕੁਅਲੀ ਉਹ ਇਨਕਰੀਜ਼ ਕਰੂਗਾ। ਸੋ ਇੱਕ ਤਰੀਕੇ ਨਾਲ ਸਟਰੇਟ ਲਾਈਨ ਹੋ ਜੂਗੀ। ਸੋ ਇਸ ਕਰਕੇ ਉਹ ਕਹਿੰਦਾ ਵੈਨ ਪ੍ਰਾਈਸ ਇਕੁਅਲਸ ਟੂ ਦਾ ਮਾਰਜਨਲ ਰੈਵਨਿਊ। ਸੋ ਇਹਦਾ ਜਿਹੜਾ ਕਰੈਕਟ ਆਂਸਰ ਆ ਉਹ ਕੀ ਆ, ਏ। ਪ੍ਰਾਈਸ ਇਕੁਅਲਸ ਟੂ ਆ ਮਾਰਜਨਲ ਰੈਵਨਿਊ। ਸੋ ਇਹਦਾ ਜਿਹੜਾ ਕਰੈਕਟ ਆਂਸਰ ਕੀ ਆ ਉਹ ਏ। ਸਪੋਜ਼ ਕਰੋ 1 ਯੂਨਿਟ ਆਪਾਂ 5 ਰੁਪਏ ਦੀ ਵੇਚੀ, 2 ਯੂਨਿਟ ਆਪਾਂ 10 ਰੁਪਏ ਦੀ ਵੇਚੀ, ਮਤਲਬ ਡਿਫਰੈਂਸ MR ਹੋ ਗਿਆ 5 ਔਰ ਟੋਟਲ ਰੈਵਨਿਊ ਕਿੰਨਾ ਹੋ ਗਿਆ 15। ਸੋ ਆ ਜਿਹੜਾ 5 ਹੁਣ ਨੈਕਸਟ 3rd ਯੂਨਿਟ ਵੇਚਾਂਗੇ ਤਾਂ ਉਹ 15 ਦੀ ਵੇਚਾਂਗੇ ਉਹ। ਸੋ MR ਇਕੁਅਲੀ ਇਨਕਰੀਜ਼ ਕਰ ਰਹੀ ਆ ਤਾਂ ਜਿਹੜਾ TR ਉਹ ਵੀ ਇਕੁਅਲੀ ਇਨਕਰੀਜ਼ ਕਰੂਗਾ। ਜਦੋਂ ਇਕੁਅਲੀ ਇਨਕਰੀਜ਼ ਕਰੂਗਾ ਤਾਂ ਜਿਹੜੀ ਉਹਦੀ ਕਰਵ ਆ ਉਹ ਸਟਰੇਟ ਬਣੂਗੀ। ਸੋ ਕਰੈਕਟ ਆਂਸਰ ਇਜ਼ ਏ। ਆਈ ਹੋਪ ਤੁਹਾਨੂੰ ਸਮਝ ਲੱਗ ਗਿਆ ਹੋਊਗਾ। ਸੋ ਇਹਦੇ ਅੰਦਰ ਨੈਕਸਟ ਕੁਐਸਚਨ ਕੀ ਆ, ਇੰਪਰਫੈਕਟ ਕੰਪੀਟੀਸ਼ਨ। ਹਾਂਜੀ, ਸੋ ਇੰਪਰਫੈਕਟ ਕੰਪੀਟੀਸ਼ਨ ਇਹਦੇ ਅੰਦਰ ਕੀ ਆ ਜਾਂਦਾ, ਇੰਪਰਫੈਕਟ ਕੰਪੀਟੀਸ਼ਨ ਲੌਂਗ ਰਨ ਕਰਵ ਵਿਲ ਨਾਟ ਬੀ ਆ। ਹਾਂਜੀ, ਇਹਦੇ ਅੰਦਰ ਇੰਪਰਫੈਕਟ ਕੰਪੀਟੀਸ਼ਨ ਦੇ ਅੰਦਰ ਲੌਂਗ ਰਨ ਇਹਦਾ ਕਰੈਕਟ ਆਂਸਰ ਸਮਝ ਲੱਗ ਗਿਆ ਨਾ, ਏ ਆ। ਸੋ ਨੈਕਸਟ ਇਹਦਾ imperfect competition in the long run there will be not a super profit।
परफेक्ट कंपीटीशन लॉन्ग रन के अंदर कदे भी सुपर प्रॉफिट नहीं होंदा। नैक्सट क्वेश्चन डैश कैन बी obtained a dividing by frequency distribution by the total number of observation। सो 23rd ਦਾ ਜਿਹੜਾ ਕਰੈਕਟ ਆਨਸਰ ਆ ਉਹ ਕੀ ਆ, ਰਿਲੇਟਿਵ ਫ੍ਰੀਕੁਐਂਸੀ ਡਿਸਟਰੀਬਿਊਸ਼ਨ ਨੂੰ ਜਦੋਂ ਆਪਾਂ ਡਿਵਾਈਡ ਕਰ ਦਿੰਦੇ ਹਾਂ ਉਦੋਂ ਆਪਣਾ। ਸੋ ਇਹਦਾ ਕਰੈਕਟ ਆਨਸਰ ਕੀ ਆ, ਬੀ। ਨੈਕਸਟ ਕੁਐਸਚਨ 24th ਕੁਐਸਚਨ। ਹਾਂਜੀ 24th ਕੁਐਸਚਨ ਕੀ ਕਹਿ ਰਿਹਾ, ਡੈਸ਼ ਸਟੇਟਸ ਦਾ ਅਦਰ ਥਿੰਗਸ ਬੀਂਗ ਇਕੁਅਲ ਐਜ਼ ਦਾ ਸੈਂਪਲ ਸਾਈਜ਼ ਇਨਕਰੀਜ਼ ਦਾ ਰਿਜ਼ਲਟ ਟੈਂਡ ਟੂ ਬੀ ਆ ਮੋਰ ਰਿਲਾਇਬਲ। ਕਹਿੰਦੇ ਜਦੋਂ ਬਾਕੀ ਚੀਜ਼ਾਂ ਕੌਨਸਟੈਂਟ ਰਹਿਣ, ਅਦਰ ਥਿੰਗਸ ਬੀਂਗ ਇਕੁਅਲ ਅਤੇ ਸੈਂਪਲ ਸਾਈਜ਼ ਨੂੰ ਇਨਕਰੀਜ਼ ਕੀਤਾ ਜਾਵੇ ਤਾਂ ਰਿਜ਼ਲਟ ਕੀ ਆ, ਰਿਲਾਇਬਲ ਆਉਂਦਾ ਅਤੇ ਐਕੂਰੇਟ ਆਉਂਦਾ। ਸੋ 24 ਦਾ ਜਿਹੜਾ ਕਰੈਕਟ ਆਨਸਰ ਆ ਉਹ ਅਸਲ ਦੇ ਵਿੱਚ ਕੀ ਆ ਕਿ ਸੈਂਪਲਸ ਨੂੰ ਇਨਕਰੀਜ਼ ਕਰ ਦਿੰਦੇ ਆ, ਬਟ ਉਹ ਆਪਸ਼ਨ ਇਹਦੇ ਅੰਦਰ ਹੈ ਨਹੀਂ ਗੇ। ਸੋ ਮੇਰੇ ਅਕੋਰਡਿੰਗ ਇਹਦਾ ਆਨਸਰ ਕੀ ਹੈ, ਡੀ ਹੋਊਗਾ। ਨੈਕਸਟ ਕੁਐਸਚਨ, in a sample random sampling if the population is n units the probability of drawing any unit of the first drawn is ਸੋ ਇਹਦਾ ਜਿਹੜਾ 25th ਦਾ ਜਿਹੜਾ ਕਰੈਕਟ ਆਨਸਰ ਉਹ ਕੀ ਆ, ਬੀ 1/n। ਨੈਕਸਟ ਕੁਐਸਚਨ, the less than and the more than frequency polygon should intersect, ਜਿਹੜੇ ਪੁਆਇੰਟ 'ਤੇ ਇੰਟਰਸੈਕਟ ਕਰਦੇ ਉਸਨੂੰ ਬੀ ਕਹਿੰਦੇ ਨੇ। ਇਹ ਜਦੋਂ ਆਪਾਂ ਡਿਸਕਸ਼ਨ ਕਰ ਰਹੇ ਹੁੰਦੇ ਸੀ ਕੁਐਸਚਨ ਪੀ ਸੀਰੀਜ਼, ਉਦੋਂ ਵੀ ਮੈਂ ਦੱਸਿਆ ਸੀ ਕਿ ਇਹ ਇੰਪੋਰਟੈਂਟ ਨੇ ਕੁਐਸਚਨਸ, ਖਾਸ ਕਰ ਆਹ ਹਿਸਟੋਗ੍ਰਾਮ ਪੋਲੀਗਨ ਜਦੋਂ ਇਹ ਆਪਸ 'ਚ ਕੱਟ ਕਰਦੇ ਆ ਤਾਂ ਉਹਨਾਂ ਦਾ ਕੀ ਪੁੱਛਿਆ ਜਾਂਦਾ ਇਹ ਰਿਲੇਸ਼ਨ। ਸੋ ਇਹ ਕੁਐਸਚਨ ਆਇਆ ਹੋਇਆ ਵਾ। ਸੋ ਨੈਕਸਟ ਕੁਐਸਚਨ 27, ਦ ਸਟੈਂਡਰਡ ਐਰਰ ਆਫ ਮੀਨ ਇਜ਼ ਡਿਫਾਈਨਡ ਐਜ਼ ਅ, ਹਾਂਜੀ ਸਟੈਂਡਰਡ ਐਰਰ ਆਫ ਦਾ ਮੀਨ ਡਿਫਾਈਨ ਐਜ਼ ਅ, ਸੋ ਇਹਦਾ ਜਿਹੜਾ ਕਰੈਕਟ ਆਨਸਰ ਸੀਗਾ ਉਹਨੂੰ ਕੀ ਕਹਿੰਦੇ ਆ, ਸਟੈਂਡਰਡ ਐਵੀਏਸ਼ਨ ਆਫ ਅ ਸੈਂਪਲ ਡਿਸਟਰੀਬਿਊਸ਼ਨ ਆਫ ਦਾ ਮੀਨ। ਨੈਕਸਟ ਕੁਐਸਚਨ, ਟਾਈਪ 1 ਐਰਰ ਇਜ਼ ਐਲਫਾ denoted by the alpha, so correct answer is A, chi-square is based on the frequency, chi-square is based on the frequency। next question 30th question ਕੀ ਕਹਿ ਰਿਹਾ ਵਾ, if the total number of value is dash then the table value then the null hypothesis is accepted। ਇਹ ਗੱਲ ਯਾਦ ਰੱਖਿਓ ਕਿ ਟੇਬਲ ਵੈਲਿਊ ਦੇ ਨਾਲ ਹਾਂ ਨਲ ਹਾਈਪੋਥੀਸਿਸ ਦਾ ਕੀ ਰਿਲੇਸ਼ਨ ਆ। ਕਹਿੰਦਾ ਜੇ ਟੇਬਲ ਵੈਲਿਊ ਲੈਸ ਹੋਊਗੀ ਤਾਂ ਨਲ ਹਾਈਪੋਥੀਸਿਸ ਆ ਜਿਹੜਾ ਨਲ ਹਾਈਪੋਥੀਸਿਸ ਆ ਉਹ ਕੀ ਆ, ਅਸੈਪਟ ਹੋਊਗਾ। ਜੇ ਟੇਬਲ ਵੈਲਿਊ ਗ੍ਰੇਟਰ ਹੋਊਗੀ ਤਾਂ ਨਲ ਹਾਈਪੋਥੀਸਿਸ ਕੀ ਆ, ਰਿਜੈਕਟ ਹੋਊਗਾ। ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਸੋ ਇਹਦਾ ਜਿਹੜਾ ਕਰੈਕਟ ਆਨਸਰ ਉਹ ਕੀ ਆ, ਬੀ। ਕਲੀਅਰ। ਨੈਕਸਟ ਕੁਐਸਚਨ, ਦ ਸ਼ੇਪ ਆਫ ਦਾ ਟੀ ਡਿਸਟਰੀਬਿਊਸ਼ਨ losses is fitness as a sample size larger। ਹਾਂਜੀ ਟੀ ਟੈਸਟ ਦੇ ਅੰਦਰ ਸੈਂਪਲ ਸਾਈਜ਼ ਕਿਹੜਾ ਹੁੰਦਾ, ਲਾਰਜਰ ਹੁੰਦਾ। ਨੈਕਸਟ ਕੁਐਸਚਨ, ਬੜਾ ਸਿੰਪਲ ਕੁਐਸਚਨ ਆਇਆ ਸੀ 32nd ਕਿ ਦਾ ਮੀਨ, ਇਹਦੇ ਅੰਦਰ ਕੰਬਾਈਨ ਕਰੈਕਟ ਮੀਨ ਕੱਢਣਾ ਸੀਗਾ। ਸੋ ਇਹਦਾ ਜਿਹੜਾ ਕਰੈਕਟ ਮੀਨ ਹੈ ਜੋ ਤੁਸੀਂ ਕੈਲਕੂਲੇਸ਼ਨਸ ਕਰੋਗੇ 32 ਦਾ ਜਿਹੜਾ ਕਰੈਕਟ ਆਨਸਰ ਹੈ ਜੋ ਤੁਸੀਂ ਕੈਲਕੂਲੇਸ਼ਨਸ ਕਰੋਗੇ ਤਾਂ ਉਹ 18.18 ਬਣੂਗਾ। ਸੋ ਇਹਦਾ ਕਰੈਕਟ ਆਨਸਰ ਕੀ ਸੀ, ਬੀ। 33 ਕੁਐਸਚਨ ਕੀ ਕਹਿ ਰਿਹਾ, if the variance is 144 and the mean is 48 and the coefficient of variations is, ਇਹਦਾ ਜਦੋਂ ਕੈਲਕੂਲੇਸ਼ਨਸ ਕਰੋਗੇ ਇਹਦਾ ਜਿਹੜਾ ਕਰੈਕਟ ਆਨਸਰ ਬਣੂਗਾ ਉਹ ਏ ਬਣੂਗਾ। ਫਾਰਮੂਲਾ ਕੀ ਹੁੰਦਾ ਤੁਹਾਨੂੰ ਪਤਾ ਹੀ ਹੋਊਗਾ, ਕੋਫੀਸ਼ੀਐਂਟ ਆਫ ਵੇਰੀਏਸ਼ਨਸ ਦਾ ਫਾਰਮੂਲਾ ਹੁੰਦਾ ਵਾ ਸਟੈਂਡਰਡ ਡੇਵੀਏਸ਼ਨ ਅਪੋਨ ਮੀਨ ਇਨਟੂ 100। ਸੋ ਆਈ ਹੋਪ ਤੁਹਾਡਾ ਆਨਸਰ ਆ ਗਿਆ ਹੋਊਗਾ। ਨੈਕਸਟ ਕੁਐਸਚਨ 34th ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਆ ਉਹ ਕੀ ਆ, 0.45। ਕਲੀਅਰ। ਸੋ ਇਹਦਾ ਵੀ ਤੁਹਾਨੂੰ ਫਾਰਮੂਲਾ ਪਤਾ ਹੀ ਹੋਊਗਾ, Q3 ਮਾਈਨਸ Q1 ਡਿਵਾਈਡਡ ਬਾਈ Q3 ਪਲੱਸ Q1। ਜੋ ਤੁਸੀਂ ਇਹਦੇ ਵਾਂਗ ਸੋਲਵ ਕਰੋਗੇ ਤਾਂ ਤੁਹਾਡਾ ਆਨਸਰ ਆ ਜਾਊਗਾ। ਤਾਂ ਜਿਹੜਾ ਕਰੈਕਟ ਆਨਸਰ ਆ ਉਹ ਕੀ ਆ, ਬੀ। ਨੈਕਸਟ ਕੁਐਸਚਨ ਕੀ ਕਹਿ ਰਿਹਾ ਵਾ, ਕਾਰਲ ਪੀਅਰਸਨ ਕੋਫੀਸ਼ੀਐਂਟ ਆਫ ਕੋਰਿਲੇਸ਼ਨ ਬਿਟਵੀਨ ਟੂ ਵੇਰੀਏਬਲਸ X ਐਂਡ Y ਇਜ਼ ਇਕੁਅਲਸ ਟੂ, ਹਾਂਜੀ ਕਾਰਲ ਪੀਅਰਸਨ ਕੋਫੀਸ਼ੀਐਂਟ ਆਫ ਕੋਰਿਲੇਸ਼ਨ ਬਿਟਵੀਨ X ਐਂਡ Y ਇਜ਼ ਇਕੁਅਲਸ ਟੂ 35th ਦਾ ਜਿਹੜਾ ਕਰੈਕਟ ਆਨਸਰ ਆ ਉਹ ਕੀ ਹੁੰਦਾ, ਕਿਹਦੇ ਬਰਾਬਰ ਹੁੰਦਾ, ਸਕੁਅਰ ਆਫ ਦਾ ਪ੍ਰੋਡਕਟ ਆਫ ਦਾ ਰਿਗਰੈਸ਼ਨਸ। ਤੁਸੀਂ ਕੀਤਾ ਹੋਣਾ BXY ਇੰਟੂ BYX। ਸੋ ਇਹਦਾ ਜਿਹੜਾ ਕਰੈਕਟ ਆਨਸਰ ਸੀਗਾ ਉਹ ਕੀ ਆ, ਸੀ। ਨੈਕਸਟ ਕੁਐਸਚਨ 36 ਕੁਐਸਚਨ, ਹਾਂਜੀ 36 ਕੁਐਸਚਨ ਬੜਾ ਈਜ਼ੀ ਸੀਗਾ। ਉਹ ਕਹਿੰਦਾ ਜੇ ਆਪਾਂ ਹਰ ਇੱਕ ਵੈਲਿਊ ਦੇ ਅੰਦਰ ਐਡ ਸਪੋਜ਼ ਕਰੋ ਆਪਾਂ 10 20 30 ਦਾ ਇਹਦਾ ਮੀਨ ਕੈਲਕੂਲੇਟ ਕਰ ਰਹੇ ਹਾਂ। ਕਹਿੰਦਾ ਜੇ ਸਾਰਿਆਂ ਦੇ ਅੰਦਰ ਕੌਂਸਟੈਂਟ ਵੈਲਿਊ 5 ਇਨਕਰੀਜ਼ ਕਰ ਦਈਏ ਤਾਂ ਮੀਨ ਦਾ ਆਨਸਰ ਕੀ ਆਊਗਾ, ਮੀਨ ਵੀ 5 ਇਨਕਰੀਜ਼ ਕਰ ਜੂਗਾ। ਸੋ ਇਹਦਾ ਜਿਹੜਾ ਕਰੈਕਟ ਆਨਸਰ ਸੀਗਾ ਉਹ ਕੀ ਆ, ਏ।
नेक्स्ट क्वेश्चन, विच ऑफ द फॉलोइंग मेजर इज नॉट यूनिट फ्री। हाँ जी, विच ऑफ द फॉलोइंग मेजर इज नॉट द यूनिट फ्री। 37th का जिहड़ा करैक्ट आंसर आ वो की आ सी। नेक्स्ट क्वेश्चन, if the coefficient of variation x and y is 0.20 and the covariance is 7.6 and the variance is x is 9, the standard deviation of a y series is। हाँ जी, जो तुसीं इहदा फार्मूला ला के सॉल्व करने की कोशिश करोगे जिहड़ा इहदा करैक्ट आंसर आऊगा वो की आउंदा 9.05। सो इहदा करैक्ट आंसर की है डी। नेक्स्ट क्वेश्चन 39th, if the mean is 150 mode is 190 and the find out the median, जो तुसीं इहदा मीडियन कैलकुलेट करोगे 3 मीन आ फार्मूला लिखा होया वा z इक्वल्स टू 3 मीन माइनस 2 3 मीडियन माइनस 2 मीन। सो 39th का जिहड़ा करैक्ट आंसर की होगा 163। नेक्स्ट क्वेश्चन, फोर्टीएथ दा बड़ा सिंपल क्वेश्चन आया सी, फाइंड आउट द कंबाइंड मीन। जो तुसीं कंबाइंड मीन कैलकुलेट करोगे आई होप तुहानूं ईजिली आ रहा होगा, इसका फार्मूला आउंदा होगा सारिਆਂ ਨੂੰ। सो ਇਹਦਾ ਜਿਹੜਾ करैक्ट आंसर ਉਹ ਕਿੰਨਾ ਹੋਊਗਾ 59.25। 49 ਦਾ 59.25। नेक्स्ट क्वेश्चन, थ्योरी ऑफ कंपैरेटिव एडवांटेज थ्योरी डेविड रिकार्डो ने दी सी। सो करैक्ट आंसर इज बी। नेक्स्ट क्वेश्चन, द बैलेंस ऑफ पेमेंट ऑफ द ऑल गुड्स एक्सपोर्ट एंड इंपोर्टेड आर रिकॉर्डेड इन द करंट अकाउंट। नेक्स्ट क्वेश्चन 43rd क्वेश्चन की कह रहा है, विद द इफैक्ट ऑफ द एप्पल आंध्रा एंड कोऑपरेटिव बैंक ऑफ आर मर्ज्ड विद। हाँ जी, आंध्रा बैंक ते कोऑपरेटिव बैंक्स ने ये ਜਿਹੜੀਆਂ ਮਰਜ ਕੀਤੀਆਂ ਗਈਆਂ ਸੀ ਇਹ यूनियन बैंक 'ਚ ਕੀਤੀਆਂ ਗਈਆਂ ਸੀ। सो करैक्ट आंसर इज डी। नेक्स्ट क्वेश्चन, इलाहाबाद बैंक वाज मर्ज्ड विद द। हाँ जी, जी इलाहाबाद बैंक 44th क्वेश्चन, इलाहाबाद बैंक आ जी वो किहदे नाल मर्ज की गई सी इंडियन बैंक नाल। सो करैक्ट आंसर इज ए। नेक्स्ट क्वेश्चन, यूपीआई इज यूनीफाइड पेमेंट इंटरचेंजिस। यूनीफाइड पेमेंट इंटरचेंजिस। सो ਇਹਦਾ ਜਿਹੜਾ ਕਰੈਕਟ ਆਂਸਰ ਕੀ ਸੀਗਾ यूनीफाइड पेमेंट इंटरचेंजिस। सो नेक्स्ट क्वेश्चन की कह रहा है, नेक्स्ट क्वेश्चन पढ़ो। सो आई थिंक मैं हाँ जी, यूनीफाइड पेमेंट इंटरफेसिस इसका करैक्ट आंसर की सीगा सी। नेक्स्ट क्वेश्चन, डैश अकर्स व्हेन द लार्ज ग्रुप ऑफ deposits withdraw their money from the bank stimulus is based on a fear that the financial institutions will become insolvent। so ਇਹਦਾ ਜਿਹੜਾ correct answer ਸੀਗਾ 46 ਦਾ ਉਹ ਕੀ ਸੀਗਾ financial run। so ਇਹਦਾ correct answer ਕੀ ਹੈ C। next swift ਦੀ ਜਿਹੜੀ full form ਆ ਹਾਂਜੀ 47th question, swift ਦੀ ਜਿਹੜੀ full form ਆ ਉਹ ਕੀ ਆ सोसाइटी फॉर वर्ल्ड वाइड इंटरबैंक फाइनैंशियल टैलीकम्यूनिकेशन। स्विफ्ट की जी फुल फॉर्म आ की आ स्विफ्ट की जी फुल फॉर्म आ की आ सोसाइटी फॉर द वर्ल्ड वाइड इंटरबैंक फाइनैंशियल टैलीकम्यूनिकेशनस। क्लीयर, आई होप थोड़ा क्लीयर हो गया। इसका आंसर की आ 47 का सी। नेक्स्ट क्वेश्चन 48th। हाँ जी 48th क्वेश्चन कहना, एनुअल रिपोर्ट ऑन द करेंसी एंड फाइनेंस पब्लिश बाय द। 48th क्वेश्चन RBI द्वारा पब्लिश की जाती है। नेक्स्ट क्वेश्चन, डैश इज द फिजिकल एजेंट एंड एडवाइजर टू द गवर्नमेंट ऑफ इंडिया इन मॉनिटरी एंड फाइनैंशियल मैटर्स। 49th का जो करैक्ट आंसर आ वो नन ऑफ अबव आ, क्योंकि RBI है जी वो एडवाइज करती है। सो RBI का आंसर सीगा। सो इसका करैक्ट आंसर की है डी, नन ऑफ अबव। क्लीयर। नैक्सट CBS। हाँ जी CBS की जी फुल फॉर्म आ कोर बैंकिंग सॉल्यूशन। नैक्सट क्वेश्चन, ओनली डबल साइडेड एरर आर रेटिफाइड थ्रू अ सस्पेंस अकाउंट, इज इट ट्रू और फॉल्स। सो अकाउंट्स के क्वेश्चन आ गए, आप नैक्सट वीडियो के अंदर सारे क्वेश्चन डिस्कस करांगे। आई होप 50 क्वेश्चन तो थोड़े जिन्ने भी क्वेश्चन करैक्ट होए तुम कमेंट में जरूर दस्यो। नैक्सट वीडियो के अंदर आप नैक्सट 51 तो क्वेश्चन डिस्कस करांगे ताकि वीडियो लेंथी ना हो। और आई होप कि तुसी थोड़े स्कोर वधिया बनया होगा। बेस्ट ऑफ लक, थैंक यू सो मच, गॉड ब्लैस यू ऑल। कमेंट करके जरूर दस्यो। थैंक यू।